ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ, ਅਲੱਗ-ਅਲੱਗ ਧਰਮਾਂ ਦੀਆਂ ਕਿਤਾਬਾਂ ਇਸ ਲਾਇਬ੍ਰੇਰੀ 'ਚ ਪਈਆਂ ਹੋਈਆਂ ਨੇ। ਮੈਂ ਤੁਹਾਨੂੰ ਦੱਸਦਾ ਕਿ ਮੈਂ ਲੁਧਿਆਣਾ ਦੇ ਦੁਗਰੀ ਇਲਾਕੇ 'ਚ ਖੜਾ ਵਾਂ। ਇੱਥੇ ਇੱਕ ਬਹੁਤ ਵੱਡੀ ਇੱਕ ਲਾਇਬ੍ਰੇਰੀ ਬਣੀ ਹੋਈ ਆ। ਇਹ ਲਾਇਬ੍ਰੇਰੀ ਕੋਈ ਸਰਕਾਰੀ ਨਹੀਂ ਹੈ, ਇਹ ਬਲਕਿ ਪ੍ਰਾਈਵੇਟ ਹੈ। अनुराग सिंह ਜਿਹੜੇ ਕਿ ਬੈਂਕ ਤੋਂ ਰਿਟਾਇਰ ਹੋਏ ਨੇ, ਉਹਨਾਂ ਦੁਆਰਾ ਸਥਾਪਿਤ ਕੀਤੀ ਇਹ ਲਾਇਬ੍ਰੇਰੀ ਆ। ਉਹਨਾਂ ਨੇ ਆਪਣੇ ਘਰ ਦੇ ਵਿੱਚ ਫਸਟ ਫਲੋਰ ਤੇ ਇਹ ਲਾਇਬ੍ਰੇਰੀ ਬਣਾਈ ਹੋਈ ਹੈ। 300 ਗੱਜ ਜਿਹੜਾ ਹਾਲ ਆ ਉਸ ਵਿੱਚ ਇਹ ਲਾਇਬ੍ਰੇਰੀ ਬਣਾਈ ਹੈ। ਤੁਹਾਨੂੰ ਇੱਕ ਵਾਰੀ ਲਾਇਬ੍ਰੇਰੀ ਦੀ ਪੂਰੀ ਤਸਵੀਰਾਂ ਦਿਖਾ ਦਿੰਦੇ ਆ। ਚਾਰੋਂ ਤਰਫ ਕਿਤਾਬਾਂ ਹੀ ਕਿਤਾਬਾਂ ਇਸ ਲਾਇਬ੍ਰੇਰੀ 'ਚ ਨਜ਼ਰ ਆਉਣਗੀਆਂ। ਸੋ ਇਹਨਾਂ ਲਾਇਬ੍ਰੇਰੀ 'ਚ ਵੱਖ-ਵੱਖ ਧਰਮ ਦੀਆਂ ਕਿਤਾਬਾਂ ਪਈਆਂ ਨੇ, ਚਾਹੇ ਉਹ ਸਿੱਖ ਧਰਮ ਆ, ਚਾਹੇ ਉਹ ਹਿੰਦੂ ਧਰਮ ਆ, ਚਾਹੇ ਉਹ ਕ੍ਰਿਸਚਨ ਆ, ਚਾਹੇ ਉਹ ਮੁਸਲਿਮ ਧਰਮ ਆ। ਸਾਰੀ ਹੀ ਧਰਮ ਦੀਆਂ ਕਿਤਾਬਾਂ ਇਸ ਲਾਇਬ੍ਰੇਰੀ 'ਚ ਪਈਆਂ ਹੋਈਆਂ ਨੇ ਔਰ ਇਤਿਹਾਸਿਕ ਕਿਤਾਬਾਂ ਨੇ ਇਸ ਲਾਇਬ੍ਰੇਰੀ 'ਚ ਪਈਆਂ ਹੋਈਆਂ ਨੇ। 11,000 ਦੇ ਕਰੀਬ ਦੱਸਿਆ ਜਾਂਦਾ ਕਿ ਇਸ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਵਾ ਕਿਤਾਬਾਂ ਇੱਥੇ ਪਈਆਂ ਹੋਈਆਂ ਨੇ। ਸੋ ਇੱਕ ਟੇਬਲ ਲੱਗਾ ਹੋਇਆ ਵਾ, ਤੁਸੀਂ ਦੇਖ ਸਕਦੇ ਹੋ। ਉਸ ਤੇ ਉੱਤੇ ਸੈਂਕੜਾਂ ਦੀ ਤਾਦਾਦ 'ਚ ਪੈਨ ਵੀ ਪਏ ਹੋਏ ਨੇ। ਇਹ ਪੈਨ ਨਾ ਹੀ ਕਿਤਾਬਾਂ ਜਿਹੜੀਆਂ ਵਾ ਲਿਖੀਆਂ ਜਾਂਦੀਆਂ ਨੇ। ਅਨੁਰਾਗ ਸਿੰਘ ਜਿਹੜੇ ਕਿ ਬੈਂਕ ਤੋਂ ਰਿਟਾਇਰ ਨੇ, ਉਹਨਾਂ ਨੂੰ ਕਿਤਾਬਾਂ ਲਿਖਣ ਦਾ ਸ਼ੌਂਕ ਵੀ ਆ ਤੇ ਪੜ੍ਹਨ ਦਾ ਸ਼ੌਂਕ ਵੀ ਆ। ਸੋ ਮਹਿੰਗੇ ਤੋਂ ਮਹਿੰਗੇ ਪੈਨ ਵੀ ਇਸ ਲਾਇਬ੍ਰੇਰੀ 'ਚ ਮੌਜੂਦ ਨੇ, ਜਿਹਦੇ ਨਾਲ ਅਨੁਰਾਗ ਜੀ ਕਿਤਾਬਾਂ ਲਿਖਦੇ ਹਨ। ਸੋ ਦੱਸਦੇ ਨੇ ਕਿ ਜਦੋਂ ਇਹ ਕਿਤਾਬ ਲਿਖ ਲੈਂਦੇ ਨੇ ਤਾਂ ਇਸ ਪੈਨ ਨੂੰ ਪੈਕ ਕਰਕੇ ਉੱਤੇ ਲਿਖ ਕੇ ਰੱਖ ਦਿੰਦੇ ਨੇ ਕਿ ਇਸ ਪੈਨ ਨਾਲ ਇਹ ਕਿਤਾਬ ਜਿਹੜੀ ਆ ਲਿਖੀ ਹੋਈ ਆ। ਕਿਤਾਬਾਂ ਦੇ ਨਾਲ ਨਾਲ ਅਨੁਰਾਗ ਜੀ ਇੱਕ ਸਰਚ ਵੀ ਕਰਦੇ ਨੇ। ਮੈਪ ਇੱਥੇ ਪਏ ਹੋਏ ਨੇ, ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਮੈਪ ਜਿਹੜੇ ਨੇ ਉਹ ਇੱਥੇ ਪਏ ਹੋਏ ਨੇ। ਸੋ ਜਿੱਥੇ ਗੁਰੂਆਂ ਨੇ ਯਾਤਰਾ ਕੀਤੀਆਂ ਨੇ ਉਹਨਾਂ ਦੇ ਮੈਪ, ਇਹ ਨਕਸ਼ੇ ਬਣਾਏ ਹੋਏ ਨੇ। ਸੋ ਇਹ ਕਿਤਾਬਾਂ ਦੇ ਵਿੱਚ ਵੀ ਮੈਂਸ਼ਨ ਇਹਨਾਂ ਨੂੰ ਕਰਦੇ ਨੇ। ਅਨੁਰਾਗ ਜੀ ਮੇਰੇ ਨਾਲ ਮੌਜੂਦ ਨੇ, ਉਹਨਾਂ ਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਇਹਨਾਂ ਦੁਆਰਾ ਹੀ ਇੱਥੇ ਲਾਇਬ੍ਰੇਰੀ ਜਿਹੜੀ ਸਥਾਪਿਤ ਕੀਤੀ ਹੋਈ ਆ। 400 ਗਜ ਤੋਂ ਵੱਧ ਜਿਹੜਾ ਮਕਾਨ, ਜਿਹੜੀ ਇੱਥੇ ਕੋਠੀ ਬਣਾਈ ਹੋਈ ਆ, ਉਸ ਦੇ ਉੱਪਰ ਇੱਕ ਸਪੈਸ਼ਲ ਲਾਇਬ੍ਰੇਰੀ ਆ ਅਨੁਰਾਗ ਜੀ ਨੇ ਸਥਾਪਿਤ ਕੀਤੀ ਆ। ਮੈਂ ਇੱਥੇ ਦੱਸਦਾ ਕਿ ਅਨੁਰਾਗ ਜੀ ਪਹਿਲਾਂ ਇਸ ਜਗ੍ਹਾ ਤੋਂ ਦੂਸਰੇ ਸਥਾਨ ਤੇ ਰਹਿੰਦੇ ਸੀਗੇ। ਉਦੋਂ 150 ਗਜ ਦੇ ਮਕਾਨ ਦੇ ਵਿੱਚ ਅਨੁਰਾਗ ਜੀ ਰਹਿੰਦੇ ਸੀ ਤੇ ਉਹਨਾਂ ਨੂੰ ਲਾਇਬ੍ਰੇਰੀ ਜਿਹੜੀ ਆ ਛੋਟੀ ਲੱਗਦੀ ਸੀ। ਸੋ ਇਸ ਵੱਡੀ ਲਾਇਬ੍ਰੇਰੀ ਬਣਾਉਣ ਲਈ ਉਹਨਾਂ ਨੇ ਉਹ ਮਕਾਨ ਵੇਚਿਆ। ਉਸ ਤੋਂ ਬਾਅਦ ਦੁਗਰੀ ਇਲਾਕੇ 'ਚ ਆਏ ਔਰ ਵੱਡੀ ਲਾਇਬ੍ਰੇਰੀ ਸਥਾਪਿਤ ਕੀਤੀ ਆ। ਸੋ ਇਹ ਵੀ ਦੱਸਦੇ ਨੇ ਕਿ ਅਗਰ ਇਹ ਲਾਇਬ੍ਰੇਰੀ ਇੱਥੇ ਸਥਾਪਿਤ ਨਾ ਹੁੰਦੀ ਤਾਂ ਉਹਨਾਂ ਨੂੰ ਸ਼ਾਇਦ ਇਨਕਮ ਦਾ ਜ਼ਰੀਆ ਹੀ ਬਣ ਸਕਦਾ, ਕਿਉਂਕਿ ਕਿਰਾਏ ਤੇ ਵੀ ਹਾਲ ਜਿਹੜਾ ਵਾ ਚੜ ਸਕਦਾ ਸੀ। 2 ਬੇਟੀਆਂ ਨੇ, ਦੋਨੇ ਬੇਟੀਆਂ ਮੈਰਿਡ ਨੇ। ਅਨੁਰਾਗ ਜੀ ਮੌਜੂਦ ਨੇ। ਅਨੁਰਾਗ ਜੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਹੁਤ ਸਾਰੀ ਕਿਤਾਬਾਂ ਇੱਥੇ ਪਈਆਂ ਹੀ ਨੇ, ਵੱਖ-ਵੱਖ ਸਟੇਟਾਂ ਦੀ ਕਿਤਾਬਾਂ ਨੇ, ਇਤਿਹਾਸ ਪਏ ਨੇ। ਕਿਸ ਤਰ੍ਹਾਂ ਸ਼ੌਂਕ ਪਿਆ? ਦੇਖੋ, ਸ਼ੌਂਕ ਮੈਨੂੰ ਪਿਤਾ ਪੁਰਖੀ ਹੈ ਤੇ ਜੇ ਕਹੋਗੇ ਕਿ ਇਸ ਖਰੀਦਣ ਦੇ ਲਈ ਮੇਰੀ ਆਪਣੀ ਕਮਾਈ, ਮੇਰੇ ਦਾਦਾ ਜੀ ਦੀ ਕਮਾਈ, ਕਿਉਂਕਿ ਜਿਹੜੀ ਸਾਡੀ ਜੱਦੀ ਜਦਾਦ ਸੀ ਨਾ, ਉਹ ਮੇਰੇ ਫਾਦਰ ਕਹਿੰਦੇ ਸੀ ਮੇਰੇ ਪਿਓ ਦੀ ਹੈ, ਮੇਰੀ ਨਹੀਂ। ਮਤਲਬ ਉਹਨਾਂ ਨੂੰ ਇੰਨਾ ਕੁ ਉਹਨਾਂ ਦਾ ਇਹ ਸਿਸਟਮ ਸੀ। ਸੋ ਮੈਂ ਉਹਨਾਂ ਦੀ ਡੈਥ ਤੋਂ ਬਾਅਦ ਇੱਕ ਲੋਕਾਂ ਨੇ ਕਬਜ਼ੇ ਸ਼ੁਰੂ ਕੀਤੇ ਸਾਡੀ ਜ਼ਮੀਨ ਤੇ, ਉਹ ਮੈਂ ਵੇਚ ਕੇ ਤੇ ਫਿਰ ਮੈਂ ਇਹਨੂੰ ਐਕਸਪੈਂਸ਼ਨ ਜਿੰਨੀ ਕਰ ਸਕਦਾ ਸੀ ਕਰ ਰਿਹਾ ਤਾਂ ਉਹ ਕਰ ਰਿਹਾ। ਤੇ ਇਹ ਸ਼ੌਂਕ ਮੇਰਾ ਪਿਆ ਹੈ ਨੀਅਰ ਅਬਾਊਟ 71 'ਚ। ਪਹਿਲਾ ਜਿਹੜਾ ਮੈਂ ਪੇਪਰ ਲਿਖਦਾ ਹਾਂ 71 'ਚ ਲਿਖਿਆ ਗਿਆ। ਇਹ ਕਿਸ ਤਰ੍ਹਾਂ ਸ਼ੌਂਕ ਪਿਆ? ਥੋੜਾ ਜਿਹਾ ਪਹਿਲਾਂ ਆਪਣੇ ਇਤਿਹਾਸ ਬਾਰੇ ਦੱਸ ਦਿਓ। ਮੈਂ ਵੀ ਦੱਸਣ ਲੱਗਾ ਨਾ, ਪਿਤਾ ਜੀ ਨੇ ਜਿਹੜੀ ਪਹਿਲੀ ਵੱਡੀ ਕਿਤਾਬ ਲਿਖੀ ਸੀ ਉਹ ਸੀ ਲਾਈਫ ਆਫ ਗੁਰੂ ਤੇਗ ਬਹਾਦਰ, ਬਾਇਓਗ੍ਰਾਫੀ ਸੀ। ਉਹ ਡੈਡੀਕੇਟ ਮੈਨੂੰ ਕੀਤੀ ਸੀ ਤੇ ਮੈਂ ਗਵਰਨਮੈਂਟ ਕਾਲਜ ਹਾਲੇ ਪ੍ਰੀ ਯੂਨੀਵਰਸਿਟੀ 'ਚ ਪੜ੍ਹਨਾ। ਪਹਿਲੀ ਕਿਤਾਬ ਸੀ ਤੇ ਉਹ ਗਵਰਨਮੈਂਟ ਕਾਲਜ ਮੈਂ ਪੜ੍ਹਦਾ ਸੀ ਤੇ ਮੇਰੇ ਪ੍ਰੋਫੈਸਰ ਹੁੰਦੇ ਪ੍ਰੋਫੈਸਰ ਬਲਜੀਤ ਸਿੰਘ, ਉਹਨਾਂ ਦੀ ਬੇਟੀ ਅੱਜ ਕੱਲ੍ਹ ਖਾਲਸਾ ਕਾਲਜ ਜਿਹੜਾ ਲੁਧਿਆਣਾ ਵੂਮਨ, ਉਹਨਾਂ ਦੀ ਪ੍ਰਿੰਸੀਪਲ ਹੈ ਮੁਕਤੀ ਗਿੱਲ। ਤੇ ਉਹਨਾਂ ਨੂੰ ਜਦੋਂ ਪ੍ਰੈਜ਼ੈਂਟ ਕੀਤੀ ਤੇ ਉਹਨਾਂ ਨੇ ਮੈਨੂੰ ਕਿਤਾਬ ਪੜ੍ਹੀ ਤੇ ਲਿਖਿਆ ਸੀ ਡੈਡੀਕੇਟਡ ਟੂ ਮਾਈ ਸਨ ਅਨੁਰਾਗ ਸਿੰਘ। ਤਾਂ ਮੈਨੂੰ ਪ੍ਰੋਫੈਸਰ ਬਲਜੀਤ ਸਿੰਘ ਨੇ ਕਿਹਾ ਸੀ ਬੀ ਏ ਵਰਦੀ ਸਨ ਆਫ ਏ ਵਰਦੀ ਬਹਾਦਰ। ਤੁਹਾਡੇ ਟੀਚਰ ਦੀ ਜਿਹੜੀ ਗੱਲ ਕਹੀ ਹੁੰਦੀ ਹੈ ਨਾ, ਉਹਦਾ ਵੀ ਆਪਣਾ ਇੱਕ ਅਸਰ ਹੁੰਦਾ। ਤੇ ਮੇਰੇ ਲਈ ਉਹ ਪ੍ਰੋਫੈਸਰ ਬਲਜੀਤ ਸਿੰਘ ਨੇ ਨਾ ਇੱਕ ਦੇਵਤਾ ਸੀ। ਸਾਰਿਆਂ ਨੂੰ ਪਤਾ ਗਵਰਨਮੈਂਟ ਕਾਲਜ 'ਚ ਉਹਨਾਂ ਵਰਗਾ ਦੇਵਤਾ ਪ੍ਰੋਫੈਸਰ ਨਹੀਂ ਸੀ ਹੈਗਾ, ਸਿਆਣਾ ਵੀ ਤੇ ਦੇਵਤਾ ਵੀ। ਤੇ ਫਿਰ ਫਾਦਰ ਸਾਹਿਬ ਜਦੋਂ ਕੰਮ ਕਰਦੇ ਨੇ, ਤੁਹਾਡਾ ਫਰਜ਼ ਬਣਦਾ ਨਾਲ ਹੱਥ ਵਟਾਉਣਾ। ਤੇ ਫਿਰ ਜਿਹੜੇ ਪਹਿਲਾਂ ਮੈਂ ਸ਼ੁਰੂ ਕੀਤਾ ਉਹਨਾਂ ਦੇ ਟਾਈਟਲ ਡਿਜ਼ਾਈਨ ਤੇ, ਟਾਈਟਲ ਡਿਜ਼ਾਈਨ ਹੋਣੇ ਨੇ, ਉਹਨਾਂ ਨੂੰ ਪੁੱਛਣਾ ਜੋ ਕਿਹੜਾ ਠੀਕ ਹੈ, ਇਹਦੇ 'ਚ ਕੀ ਕਰਨੀ, ਉਹ ਮੈਂ ਖੁਦ ਕਰਦਾ ਸੀ। ਟਾਈਟਲ ਜਿਹੜੇ ਫਾਦਰ ਸਾਹਿਬ ਦੀ ਕਿਤਾਬਾਂ ਦਾ ਤੁਸੀਂ ਕਰਦੇ ਸੀਗੇ। ਫਿਰ ਨਕਸ਼ੇ ਜਿਹੜੇ ਨੇ ਉਹ ਖੁਦ ਮੈਂ ਬਣਾਉਂਦਾ ਸੀ, ਕਿਉਂਕਿ ਮੈਂ ਜੀਓਗ੍ਰਾਫੀ ਪੜ੍ਹੀ ਸੀ। ਹੁਣ ਵੀ ਆਪਣੇ ਨਕਸ਼ੇ ਪਹਿਲਾਂ ਆਪਣਾ ਨਾ, ਫਿਰ ਉਸ ਤੋਂ ਬਾਅਦ ਉਹਨੂੰ ਫਾਈਨਲ ਕਰਵਾਈ। ਅੱਛਾ, ਨਕਸ਼ਿਆਂ ਦੇ ਵਿੱਚ ਕੀ ਖਾਸੀਅਤ ਆ ਥੋੜਾ ਦੱਸੋਗੇ? ਜਿਵੇਂ ਕਿ ਇਹਦੇ 'ਚ ਦੱਸਿਆ, ਤੁਸੀਂ ਦੱਸਿਆ ਵਾ ਕਿ ਇਤਿਹਾਸ ਆ ਇਹਦੇ 'ਚ, ਜਿੱਥੇ ਗੁਰੂ ਜੀ ਗਏ ਨੇ ਉਹ ਨਕਸ਼ੇ ਬਣਾਏ ਹੋਏ ਨੇ। ਦੇਖੋ, ਗੁਰੂ ਹਰਗੋਬਿੰਦ ਸਾਹਿਬ ਦੇ ਨਕਸ਼ੇ ਸੀ, ਕਿਉਂਕਿ ਜਦੋਂ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਕਿਤਾਬ ਕੰਪਲੀਟ ਕੀਤੀ ਨਾ, ਉਹ ਆਮ ਕੀ ਹੈ ਕਿ ਲੋਕਾਂ ਨੇ ਇੰਨਾ ਹੀ ਲਿਖ ਦਿੱਤਾ ਵੀ ਇੱਥੇ ਗਏ ਗੁਰੂ ਸਾਹਿਬ, ਠੀਕ ਹੈ। ਉਹ ਜੋ ਮਤਲਬ ਕਿ ਸਰੋਤਾਂ 'ਚ ਲਿਖਿਆ, ਰੂਟ ਕੀ ਹੈ ਉਹਦਾ ਆਪਾਂ ਨੂੰ
ਆਪਾਂ ਨੂੰ ਧਿਆਨ ਨਹੀਂ, ਤੇ ਕਿੰਨਾ ਟਾਈਮ ਚ ਗਏ ਉਹ ਵੀ ਆਪਾਂ ਨੂੰ ਧਿਆਨ ਨਹੀਂ। ਜਿੰਨਾ ਚਿਰ ਤੁਹਾਨੂੰ ਸੁਣ ਕੇ ਜਿਹੜਾ ਇਤਿਹਾਸ ਉਹ ਲਿਖਿਆ ਜਾਂਦਾ ਵਾ, ਗੁਰੂ ਜੀ ਕਿਹੜੀ ਗਲੀਆਂ ਚ ਗਏ, ਕਿੱਥੋਂ ਕਿੱਥੋਂ ਗਏ ਨੇ, ਉਹ ਤੁਸੀਂ ਜ਼ਿਕਰ ਕਰ ਰਹੇ ਹੋ। ਹਾਂ, ਇੱਕ ਸੁਣਿਆ ਇਤਿਹਾਸ ਹੁੰਦਾ, ਇੱਕ ਦੇਖਿਆ ਆ। ਜਾਦੂ ਨਾਲ ਸਰਕਾਰ ਲਿਖ ਰਹੇ ਨੇ, ਕਹਿੰਦਾ ਹਲਦੀ ਘਾਟੀ ਦਾ ਜਦੋਂ ਮੈਂ ਇਤਿਹਾਸ ਲਿਖਣਾ ਸੀ ਨਾ, ਮੈਂ ਹਲਦੀ ਘਾਟੀ ਜਾ ਕੇ ਦੇਖਿਆ ਤੇ ਮੇਰੇ ਪਰਸੈਪਸ਼ਨ ਬਦਲ ਗਏ। ਮੈਂ ਵੀ ਜਦੋਂ ਮੇਰੇ ਨਾਨਕੇ ਸੀ ਪੌਂਟਾ ਸਾਹਿਬ, ਹੁਣ ਭੰਗਾਣੀ ਦਾ ਯੁੱਧ ਆਪਾਂ ਬੜੇ ਸਾਰੇ ਤਾਂ ਭੰਗਾਣੀ ਦਾ ਯੁੱਧ ਹੀ ਕਹਿੰਦੇ ਨੇ, ਜਿਹੜਾ ਗੁਰੂ ਸਾਹਿਬ ਦੀ ਪਹਿਲੀ ਲੜਾਈ ਹੈ 1688 ਦੀ। ਹੁਣ ਜਦੋਂ ਮੈਂ ਖੁਦ ਜਾ ਕੇ ਦੇਖਿਆ ਤਾਂ ਜਿਹੜੇ ਮੇਰੇ ਉਹ ਪਰਸੈਪਸ਼ਨ ਸਾਰੇ ਚੇਂਜ ਹੋ ਗਏ, ਕਿਉਂਕਿ ਭੰਗਾਣੀ ਸਥਾਨ ਹੈ ਉਹ ਅਲੱਗ ਸਥਾਨ ਹੈ ਜਿੱਥੇ ਕਿ ਗੁਰੂ ਸਾਹਿਬ ਨੇ ਆਪਣੇ ਹਥਿਆਰ ਰੱਖੇ ਸੀ ਤੇ ਆਪਣੀ ਆਰਮੀ ਸਟੇਸ਼ਨ ਕੀਤੀ ਹੈ। ਬੈਟਲ ਹੋ ਰਹੀ ਹੈ, ਇੱਕ ਪਾਸੇ ਤੀਰਗੜੀ ਹੈ, ਦੂਸਰੇ ਪਾਸੇ ਰਣਥੰਭੋਰ ਹੈ, ਹੁਣੇ ਲੱਭਿਆ। ਤੇ ਉਹਦੇ ਥੱਲੇ ਜਿੱਥੇ ਜਮਨਾ ਤੇ ਪਿੱਛੋਂ ਗਿਰੀ ਦਰਿਆ ਆਉਂਦਾ, ਉਹ ਜਿੱਥੇ ਰੇਣੂਕਾ ਜੀ ਹੈ ਨਾ ਹਿਮਾਚਲ ਚ, ਤੇ ਦਦਾਹੂ, ਉੱਥੋਂ ਉਹ ਚੱਲਦੀ ਹੈ ਨਦੀ। ਉਹ ਦੋਵੇਂ ਨਦੀਆਂ ਜਿੱਥੇ ਆ ਕੇ ਮਿਲਦੀਆਂ, ਉਹ ਉੱਥੇ ਜਾ ਕੇ ਉਸ ਦੋ ਨਦੀਆਂ ਦੇ ਪਤਨ ਤੇ ਐਕਚੁਅਲ ਲੜਾਈ ਹੋਈ, ਨੋਟ ਐਟ ਭੰਗਾਣੀ। ਠੀਕ ਹੈ। ਸੋ ਇਹ ਇਤਿਹਾਸ ਜਦੋਂ ਤੁਸੀਂ ਇਹਦੇ ਚ ਦੇਖਦੇ, ਕਿਉਂਕਿ ਜਿਨ੍ਹਾਂ ਬੰਦਿਆਂ ਨੇ ਸੋਰਸ ਲਿਖੇ ਨੇ ਉਹਨਾਂ ਕੋਲ ਇੰਨਾ ਰਿਸੋਰਸਿਸ ਨਹੀਂ ਸੀ, ਮੈਂ ਤਾਂ ਇਸ ਦੀ ਗੱਲ ਕਰਾਂ। ਤਾਂ ਹੁਣ ਸਾਡੇ ਕੋਲ ਰਿਸੋਰਸਿਸ ਹੈ ਤੇ ਸਾਨੂੰ ਥੋੜਾ ਜਿਹਾ ਖੋਜ ਕਰਕੇ ਲਿਖੋ। ਜਲਦੀ ਕੋਈ ਨਹੀਂ ਹੁੰਦੀ ਖੋਜ ਵਿੱਚ, ਜੇ ਤੁਸੀਂ ਜਲਦੀ ਕੀਤੀ ਤੇ ਫਿਰ ਉਹ ਪਰਫੈਕਸ਼ਨ ਜਿਹੜੀ ਹੈ ਨਾ ਲਿਆਉਣੀ, ਉਹ ਖਤਮ ਹੋ ਜਾਂਦੀ ਹੈ। ਸੋ ਪਿਤਾ ਜੀ ਦੀਆਂ ਕਿੰਨੀਆਂ ਕਿਤਾਬਾਂ ਆਈਆਂ ਸੀਗੀਆਂ, ਉਸ ਤੋਂ ਬਾਅਦ ਤੁਸੀਂ ਕਿੰਨੀਆਂ ਹੁਣ ਤੱਕ ਕਿਤਾਬਾਂ ਜਿਹੜੀਆਂ ਉਹ ਲਿਖ ਚੁੱਕੇ ਹੋ? ਫਾਦਰ ਸਾਹਿਬ ਦੀਆਂ ਜੀ 40 ਕੁ ਕਿਤਾਬਾਂ ਤਾਂ ਪ੍ਰਿੰਟਡ ਸੀ। ਓਕੇ। ਤੇ ਜਿਹੜੀਆਂ ਪ੍ਰਿੰਟ ਹੋਣ ਵਾਲੀਆਂ ਸੀ 20-25 ਉਹ ਸਨ, ਕਿਉਂਕਿ ਉਹਨਾਂ ਨੇ ਵੀ ਕੰਮ, ਉਹਨਾਂ ਨੂੰ ਇਹ ਨਹੀਂ ਸੀ ਕਿ ਮੇਰੇ ਛਪੇ ਨਾ ਛਪੇ, ਉਹਨਾਂ ਦਾ ਵੀ ਕੰਮ ਹੋ ਜੇ ਛਪ ਜਾਂਦਾ। ਸੋ ਉਹੀ ਮੇਰੀ ਤਬੀਅਤ ਹੈ ਵੀ ਸਾਰੀ ਚੀਜ਼ ਨੂੰ ਤੁਸੀਂ ਕੰਪਾਈਲ ਕਰ ਲਓ, ਕਿਤਾਬ ਛਪ ਕਦੀ ਵੀ ਸਕਦੀ ਹੈ। ਸੋ ਮੈਂ ਨੀਅਰ ਅਬਾਊਟ 20 ਬੁੱਕਸ ਜਿਹੜੀਆਂ ਨੇ ਉਹ ਰਿਵਾਈਜ਼ ਕਰਕੇ ਕੰਪਾਈਲ ਕਰਕੇ ਰੱਖ ਲਈਆਂ ਨੇ, ਉਹਨਾਂ ਦੀ ਕਿਲੋ ਡਮੀਜ਼ ਬਣਾ ਲਈਆਂ। ਤੇ ਆਹਿਸਤਾ ਆਹਿਸਤਾ ਕਰਕੇ ਹੁਣ ਮਤਲਬ ਕਿ ਇੱਕ ਦੋ ਕਰਕੇ ਪ੍ਰਿੰਟਿੰਗ ਵੀ ਭੇਜ ਰਹੇ ਹਾਂ। ਪਿਤਾ ਜੀ ਦੀਆਂ 40 ਦੀ ਸੀ, 8-9 ਮੇਰੀਆਂ ਹੋ ਗਈਆਂ ਨੇ ਤੇ 15 ਜਿਹੜੀਆਂ ਉਹ ਪਾਈਪਲਾਈਨ 'ਚ ਨੇ। ਤੁਹਾਡੀ ਕਿਹੜੀ ਕਿਤਾਬਾਂ ਜਿਹੜੀਆਂ ਲਿਖੀਆਂ ਜਾ ਚੁੱਕੀਆਂ ਨੇ? ਮੇਨ ਕਿਤਾਬ ਕਿਹੜੀ ਹੈਗੀ ਹੈ? ਮੇਨ ਕਿਤਾਬ ਇੱਕ ਪੰਜਾਬੀ ਯੂਨੀਵਰਸਿਟੀ ਲਈ ਕੀਤੀ ਸੀ, ਰਾਗ ਰਤਨ। ਠੀਕ ਹੈ ਜੀ। ਰਾਗਾਂ ਦੇ ਜਿਹੜੇ ਦਰਬਾਰ ਸਾਹਿਬ ਦੇ ਇੱਕ ਵਿੱਚ ਕੀਰਤਨ ਹੁੰਦਾ ਨਾ, ਕੀਰਤਨ ਚੌਂਕੀਆਂ ਨੇ, ਉਹ ਫਿਰ 31 ਰਾਗਾਂ ਤੇ 31 ਮੂਡ ਜਿਹੜੇ ਨੇ ਦਰਬਾਰ ਸਾਹਿਬ ਦੇ, ਉਹ ਸੰਧੂ ਸਟੂਡੀਓ ਵਾਲੇ ਤੇਜ ਪ੍ਰਤਾਪ ਸੰਧੂ ਹੋਰਾਂ ਨੇ ਉਹਨੂੰ ਨੀਅਰ ਅਬਾਊਟ ਲਾਓਗੇ 2 ਸਾਲ ਲੱਗੇ ਉਹਨਾਂ ਨੂੰ ਉਹ ਫੋਟੋਗ੍ਰਾਫਸ ਖਿੱਚਣ ਨੂੰ। ਤੇ ਹੁਣ ਫੋਟੋਗ੍ਰਾਫ ਦੇ ਵਿੱਚ ਜਦੋਂ ਜਾਨ ਪੈ ਜਾਂਦੀ ਹੈ ਤੇ ਫੋਟੋਆਂ ਫਿਰ ਬੋਲਦੀਆਂ ਨਹੀਂ, ਤੇ ਫੋਟੋਆਂ ਪੜ੍ਹਨੀ ਵੀ ਆਸਾਨ ਹੋ ਜਾਂਦੀ ਕਿਤਾਬ। ਹਾਂ, ਫਿਰ ਫੋਟੋਆਂ ਦੇ ਵਿੱਚ ਤੁਸੀਂ ਉਹ ਦੇਣਾ ਪੈਂਦਾ ਵੀ ਇਸ ਰਾਗ ਕੀ ਹੈ, ਰਾਗ ਦੀ ਤਸੀਰ ਕੀ ਹੈ, ਸ਼ਬਦ ਕੀ ਹੈ, ਟੱਚ ਸੇਮ ਦੇਣਾ। ਹਾਂ, ਤੇ ਉਹ ਜਿਹੜਾ ਹੈ ਜਿੰਨਾ ਚਿਰ ਉਹਦੇ ਚ ਅਧਿਆਤਮਕ ਆਪਾਂ ਹਿੱਸਾ ਨਹੀਂ ਪਾਉਂਦੇ ਤੇ ਉਹ ਢਲ ਜਾਂਦਾ। ਟ੍ਰਾਂਸਲੇਸ਼ਨ ਜਿਹੜੀ ਹੈ ਨਾ, ਨੀਅਰ ਟ੍ਰਾਂਸਲੇਸ਼ਨ ਉਹ ਹੁੰਦੀ ਹੈ, ਰੂਹ ਨਹੀਂ ਹੁੰਦੀ ਵਿੱਚ, ਉਹ ਇੱਕ ਬੋਡੀ ਹੈ। ਤੇ ਯੂ ਵਿਲ ਹੈਵ ਟੂ ਸਪਲਾਈ ਦੀ ਸੋਲ ਆਫ ਦੀ ਸ਼ਬਦ। ਸ਼ਬਦ ਦਾ ਜਿਹੜੀ ਸੋਲ ਹੈ ਉਹ ਥੋੜਾ ਜਿਹਾ ਟਾਈਮ ਲੱਗਦਾ, ਤੇ ਟਾਈਮ ਮੈਨੂੰ ਲੱਗਿਆ ਉਹ ਤੁਸੀਂ 4-5 ਸਾਲ ਲਾਏ ਉਹਦੇ ਤੇ ਕਿਤਾਬ ਬਹੁਤ ਸਕਸੈਸਫੁਲ ਹੈ। ਇਹ ਪੰਜਾਬੀ ਯੂਨੀਵਰਸਿਟੀ ਵਿੱਚ ਛਾਪੀ ਗਈ ਸੀ। ਸੋ ਇਸ ਲਾਇਬ੍ਰੇਰੀ 'ਚ 11,000 ਤੋਂ ਵੱਧ ਜਿਹੜੀਆਂ ਕਿਤਾਬਾਂ ਪਈਆਂ ਹੋਈਆਂ ਨੇ। ਪਿਤਾ ਜੀ ਨੇ ਕਿੰਨੀਆਂ ਕਿਤਾਬਾਂ ਜਿਹੜੀਆਂ ਇਸ ਲਾਇਬ੍ਰੇਰੀ 'ਚ ਸਥਾਪਿਤ ਕੀਤੀਆਂ ਤੇ ਤੁਹਾਡੇ ਦੁਆਰਾ ਕਿੰਨੀਆਂ ਸਥਾਪਿਤ ਕੀਤੀਆਂ ਗਈਆਂ? ਪਿਤਾ ਜੀ ਦੇ ਵੇਲੇ ਦੀਆਂ ਹੈਗੀਆਂ 2-2.5 ਹੈਗੀ, 2-2.5 ਹੈ। ਉਹਨਾਂ 'ਚੋਂ ਹੁਣ ਮੈਂ ਉਹਨਾਂ ਨੂੰ ਸਾਰਿਆਂ ਨੂੰ ਰੀਬਾਈਂਡਿੰਗ ਹੋ ਰਹੀ ਹੈ। ਕਿਉਂਕਿ ਦੇਖੋ ਨਾ, ਕੋਈ 1940 ਦੀਆਂ ਪੁਰਾਤਨ ਤੋਂ ਪੁਰਾਤਨ ਹੈ, ਪੁਰਾਤਨ ਇੰਨੀਆਂ ਵੀ ਹੈਗੀਆਂ ਨੇ ਕਿ 1845 ਦੀਆਂ। ਇਸ ਲਾਇਬ੍ਰੇਰੀ 'ਚ 1800 ਸਾਲ ਦੀਆਂ ਕਿਤਾਬਾਂ ਵੀ ਹਨ, ਤੇ ਪੁਰਾਤਨ ਗ੍ਰੰਥ ਵੀ ਹੈਗੇ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੇ ਗੁਰੂ ਗੋਬਿੰਦ ਸਿੰਘ ਨੇ ਦਸਤਖਤ ਕੀਤੀਆਂ। ਗੁਰੂ ਗੋਬਿੰਦ ਸਿੰਘ ਦੇ ਕੋਟ ਪੋਇਟ ਹੁੰਦੇ ਸੀ ਟਹਿਕਨ, ਉਹਨਾਂ ਵੱਲੋਂ ਮਹਾਂਭਾਰਤ ਦਾ ਇੱਕ ਪਰਵ ਜਿਹੜਾ ਪੰਜਾਬੀ 'ਚ ਟ੍ਰਾਂਸਲੇਟ ਕੀਤਾ। ਠੀਕ ਹੈ। ਐਵੇਂ ਗੁਰਬਲਾਸ ਲਿਟਰੇਚਰ ਓਰੀਜਨਲ ਉਹ ਵੀ ਪਿਆ। ਇਸੇ ਤਰ੍ਹਾਂ ਜਨਮ ਸਾਖੀ ਲਿਟਰੇਚਰ 5-6 ਜਨਮ ਸਾਖੀ ਸਾਨੂੰ ਦਿਖਾਉਂਗੇ। ਜਿਹੜਾ ਤੁਸੀਂ ਇੱਕ ਗੁਰੂ ਗੋਬਿੰਦ ਸਿੰਘ ਦਾ ਸ਼ਾਇਦ ਇੱਥੇ ਕੁਝ ਲਿਟਰੇਚਰ ਪਿਆ ਹੈ ਕੁਝ। ਸੋ ਤੁਸੀਂ ਦੇਖ ਸਕਦੇ ਹੋ ਅੰਦਰ ਰੂਮ ਵੀ ਜਿਹੜੇ ਬਣੇ ਨੇ ਉਹ ਵੀ ਲਾਇਬ੍ਰੇਰੀ ਟਾਈਪ ਬਣੇ ਹੋਏ ਨੇ। ਸਾਰੇ ਪਾਸੇ ਜਿਹੜੀਆਂ ਉੱਪਰ ਕਿਤਾਬਾਂ ਹੀ ਕਿਤਾਬਾਂ ਪਈਆਂ ਹੋਈਆਂ ਨੇ। ਸੋ ਤਸਵੀਰਾਂ ਦਿਖਾ ਰਹੇ ਨੇ। ਇਹ ਗੁਰਬਲਾਸ ਪਾਤਸ਼ਾਹੀ 1797 ਦਾ। ਓਕੇ। ਠੀਕ ਹੈ। ਸੁੱਖਾ ਸਿੰਘ ਦਾ ਲਿਖਿਆ ਹੈ। ये आज दी डेट को बना नहीं सकेगा।
ਇਹ ਕਿਹੜੇ ਸੰਨ ਦਾ ਹੈਗਾ? 1797। 1797 ਦਾ। ਠੀਕ ਹੈ, ਇਹ ਦੂਸਰਾ ਦਾ ਹਿੱਸਾ ਹੈ ਇੱਧਰ। ਇਹ ਲੋਕ ਸ਼ਰਧਾ ਨਾਲ ਕੰਮ ਕਰਦੇ ਸੀ। ਸੋ ਸੰਭਾਲਣੇ ਵੀ ਬੜੇ ਮੁਸ਼ਕਲ ਹੋ ਜਾਂਦੇ ਨੇ, ਤੁਸੀਂ ਸੰਭਾਲ ਕੇ ਰੱਖਿਆ ਹੈ। ਸੋ ਕੁਝ ਹੋਰ ਵੀ ਕਿਤਾਬਾਂ ਦਿਖਾ ਰਹੇ ਨੇ। ਮਹਾਭਾਰਤ ਦਾ ਟੈਕਨ ਦਾ। ਠੀਕ ਹੈ ਜੀ, ਇਹ ਕੀ ਹੈਗਾ ਥੋੜਾ ਦੱਸ ਦੂੰਗੇ ਜੀ। ਮੈਂ ਦੱਸਦਾ ਜੀ, ਇਹ ਮਹਾਭਾਰਤ ਦਾ ਅਸ਼ਵਮੇਧ ਯੱਗ ਜਿਹੜਾ ਪਰਵ ਹੈ, ਉਹਦਾ ਪੰਜਾਬੀ ਦਾ ਟ੍ਰਾਂਸਲੇਸ਼ਨ ਹੈ ਗੁਰੂ ਗੋਬਿੰਦ ਸਿੰਘ ਦਾ ਕੋਟ ਪੋਇਟ ਟੈਕਨ ਦਾ। ਓਕੇ, ਠੀਕ ਹੈ। ਸੋ ਬਹੁਤ ਸਾਰਾ ਇਤਿਹਾਸ ਇਸ ਲਾਇਬ੍ਰੇਰੀ 'ਚ ਪਿਆ ਵਾ। ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਜਿੱਥੇ ਵੀ ਤੁਸੀਂ ਨਜ਼ਰ ਪਾਓਗੇ ਇਸ ਲਾਇਬ੍ਰੇਰੀ 'ਚ ਬਹੁਤ ਸਾਰਾ ਇਸ ਲਾਇਬ੍ਰੇਰੀ 'ਚ ਜਿਹੜਾ ਵਾ ਇਤਿਹਾਸ ਅਤੇ ਨਕਸ਼ੇ ਪਏ ਨੇ, ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ ਉਹਨਾਂ ਦੇ ਇਤਿਹਾਸ ਬਾਰੇ ਦੱਸਿਆ ਗਿਆ ਵਾ। ਅਨੁਰਾਜ ਜੀ, ਗੱਲ ਚੱਲ ਰਹੀ ਸੀਗੀ ਲਾਇਬ੍ਰੇਰੀ ਦੀ ਹੀ। 11,000 ਤੋਂ ਵੱਧ ਕਿਤਾਬਾਂ ਨੇ। ਇਹਨਾਂ ਕਿਤਾਬਾਂ ਦੇ ਵਿੱਚ ਹੋਰ ਕੀ ਹੈਗਾ ਵਾ? ਵੱਖ-ਵੱਖ ਲੈਂਗੁਏਜ 'ਚ ਕਿਤਾਬਾਂ ਨੇ। ਤੁਹਾਨੂੰ ਦੱਸ ਸਕਦੇ, ਦੇਖੋ ਸਾਹਿਤ, ਚਾਹੇ ਉਹ ਬੰਗਾਲੀ ਸਾਹਿਤ ਹੈ, ਗੋਪਾਲ ਸਾਹਿਬ ਬੰਗਾਲੀ ਦੇ ਬਹੁਤ ਮਤਲਬ ਕਿ ਪ੍ਰਵੀਨ ਸੀ ਉਹਨਾਂ ਦੇ, ਮਦਰ ਵੀ ਫਾਦਰ ਵੀ, ਮੈਨੂੰ ਵੀ, ਕਿਉਂਕਿ ਮੈਂ 5 ਸਾਲ 5.5 ਸਾਲ ਕਲਕੱਤੇ ਰਿਹਾ। ਮਿਸਿਸ ਵੀ ਕਲਕੱਤੇ ਤੋਂ ਹੈ। ਬੰਗਾਲੀ ਸਾਹਿਤ ਪਿਆ, ਤਾਮਿਲ ਸਾਹਿਤ ਪਿਆ, ਸੰਸਕ੍ਰਿਤ ਲਿਟਰੇਚਰ ਹੈ, ਪੰਜਾਬੀ ਲਿਟਰੇਚਰ ਹੈ, ਇੰਗਲਿਸ਼ ਲਿਟਰੇਚਰ ਹੈ। ਲਿਟਰੇਚਰ ਮਤਲਬ ਕਿ ਹਰੇਕ ਤਰ੍ਹਾਂ ਦਾ ਹੋਏਗਾ, ਮਿਲੇਗਾ। ਚਾਈਨੀਜ਼ ਲਿਟਰੇਚਰ ਵੀ ਹੈ। ਇਸੇ ਤਰ੍ਹਾਂ ਧਾਰਮਿਕ ਪੁਸਤਕਾਂ ਜਿਹੜੀਆਂ ਨੇ, ਚਾਹੇ ਵੇਦ ਨੇ, ਚਾਹੇ ਪੁਰਾਣ ਨੇ, ਤੇ ਚਾਹੇ ਉਪਨਿਸ਼ਦ ਨੇ, ਫਿਰ ਗੀਤਾ, ਰਾਮਾਇਣ। ਠੀਕ ਹੈ। ਦੈਨ ਜਿਹੜੇ ਮਤਲਬ ਕਿ ਕਹਿ ਲਓ ਜਿੰਨੇ ਵੀ ਸਾਡੇ ਯੋਗ ਦੇ ਟੈਕਸਟ ਨੇ, ਫਿਰ ਆਪਣਾ ਬੁੱਧਿਜ਼ਮ, ਜੈਨਿਜ਼ਮ, ਕ੍ਰਿਸਚੈਨਿਟੀ, ਜੁਡਾਇਜ਼ਮ, ਇਸਲਾਮ, ਸੂਫੀਜ਼ਮ, ਹੁਣ ਸਾਰੇ ਇਕੱਠੇ ਪਏ ਨੇ। ਇਹ ਗ੍ਰੰਥ ਨਹੀਂ ਕਦੀ ਲੜਦੇ। ਸੋ ਇਸ ਲਾਇਬ੍ਰੇਰੀ 'ਚ ਮਿਊਜ਼ਿਕ ਵਾਲੀ ਕਿਤਾਬਾਂ ਹੀ ਪਈਆਂ ਹੀ ਆ। ਮਿਊਜ਼ਿਕ ਦੀ ਪੂਰੀ ਇੱਕ ਸ਼ੈਲਫ ਹੈ, ਕਿਉਂਕਿ ਮੇਰਾ ਪਹਿਲਾ ਸ਼ੌਕ ਜਿਹੜਾ ਸੀ ਨਾ ਕਾਲਜ 'ਚ, ਮਿਊਜ਼ਿਕ ਸੀ। ਠੀਕ ਹੈ। ਪਰ ਹੁਣ ਕਿਉਂਕਿ ਸਾਨੂੰ ਗੁਰਮਤਿ ਮਿਊਜ਼ਿਕ ਨੂੰ ਉਹਦੇ ਕਿਤਾਬਾਂ ਲਿਖਣੀਆਂ ਸੀ। ਇੱਕ ਫਿਲਮ ਬਣਾਈ ਹੈ ਉਹਨਾਂ ਨੇ, ਰਾਜ ਅਕੈਡਮੀ ਵਾਲਿਆਂ ਨੇ, ਤਾਂ ਉਹਨਾਂ ਦੀ ਫਿਰ ਜਿਹੜੀ ਫਿਲਮ ਸੀ ਉਹਨੂੰ ਆਥੈਂਟਿਕੇਟ ਕਰਨ ਦੇ ਲਈ ਵੀ ਸਾਰੇ ਸਾਜ਼ਾਂ ਬਾਰੇ ਦੇਈਏ, ਤੇ ਉਹ ਫਿਰ ਮਿਊਜ਼ਿਕ ਦੀਆਂ ਕਿਤਾਬਾਂ ਵੀ ਖਰੀਦੀਆਂ। ਸੋ ਇਸ ਲਾਇਬ੍ਰੇਰੀ 'ਚ ਦੱਸਿਆ ਜਾਂਦਾ ਕਿ ਵਰਲਡ ਦੇ ਇਤਿਹਾਸ ਵੀ ਪਏ ਨੇ, ਵਰਲਡ ਦੇ ਬਾਰੇ ਜਾਣਕਾਰੀ ਦਿੱਤੀ ਜਿਹੜੀ, ਕਿਉਂਕਿ ਹਿਸਟਰੀ ਮੇਰਾ ਸਬਜੈਕਟ ਸੀ, ਲਿਟਰੇਚਰ ਸਾਰੇ ਵਰਲਡ ਦੇ ਇਤਿਹਾਸ ਇਸ ਲਾਇਬ੍ਰੇਰੀ। ਹਾਂ, ਵਰਲਡ ਦੇ ਸਾਰੇ ਇਤਿਹਾਸ ਮਿਲਣਗੇ, ਯੂਰਪ ਦਾ, ਇੰਗਲੈਂਡ ਦਾ, ਜਿਹੜਾ ਮਿਡਲ ਈਸਟ ਦਾ, ਸਾਰੇ ਮਿਲਣਗੇ। ਓਕੇ, ਅੱਛਾ, ਕਿਤਾਬਾਂ ਤੁਸੀਂ ਬੜੇ ਸ਼ੌਂਕ ਨਾਲ ਲਿਖੀਆਂ ਵਾ, ਪੜ੍ਹਨ ਦਾ ਵੀ ਤੁਹਾਨੂੰ ਬਹੁਤ ਸਾਰਾ ਸ਼ੌਂਕ ਹੈਗਾ ਵਾ। ਸੋ ਰੂਮ ਵੀ ਤੁਸੀਂ, ਮੈਂ ਦੇਖਿਆ ਵਾ ਜਿਹੜਾ ਹਾਲ ਬਣਾਇਆ ਉਹਦੇ 'ਚ ਇੱਕ ਰੂਮ ਵੀ ਬਣਾਇਆ ਵਾ। ਬਹੁਤ ਸਮਾਂ ਜ਼ਿਆਦਾ ਬਤੀਤ ਵੀ ਕਰਦੇ ਹੋਗੇ। ਸਮਾਂ ਕਿਸ ਤਰ੍ਹਾਂ ਬਤੀਤ ਹੁੰਦਾ ਇਸ ਲਾਇਬ੍ਰੇਰੀ 'ਚ? ਕਿੰਨਾ ਕੁ ਸਮਾਂ ਬਤੀਤ ਕਰਦੇ ਹੋ? ਦੇਖੋ, ਜਦੋਂ ਤੁਸੀਂ ਲਾਇਬ੍ਰੇਰੀ ਪੜ੍ਹਦੇ ਹੋ, ਅੱਛਾ ਸਾਹਿਤ ਪੜ੍ਹਦੇ ਹੋ, ਉਦਾਸੀ ਤਾਂ ਨਿਕਲ ਗਈ ਮਨ 'ਚੋਂ। ਤੇ ਜੇ ਤੁਸੀਂ ਧਾਰਮਿਕ ਸਾਹਿਤ ਪੜ੍ਹਦੇ ਹੋ, ਕੁਝ ਸਿੱਖਿਆ ਤੁਸੀਂ ਗ੍ਰਹਿਣ ਕਰੋਗੇ। ਕਿਉਂਕਿ ਜੇ ਅਬਜ਼ੌਰਬ ਨਹੀਂ ਨਾ ਕਰਦੇ ਤੇ ਅਫਸਰ ਪੜ੍ਹੀ ਜਾਂਦੇ ਹੋ, ਤੇ ਉਹਦਾ ਫਾਇਦਾ ਕੋਈ ਨਹੀਂ। ਉਹਦਾ ਸੂਫੀ ਪੋਇਟ ਮੌਲਾਨਾ ਰੂਮੀ ਦਾ ਇੱਕ ਉਹਨਾਂ ਨੇ ਕਿੱਸਾ ਦੱਸਿਆ ਵੀ, ਉਹ ਕਹਿੰਦਾ ਕਿਸੇ ਨੇ ਕਿਹਾ ਮੁਹੰਮਦ ਸਾਹਿਬ ਨੂੰ, ਜੀ ਤੁਸੀਂ ਕਹਿੰਦੇ ਹੋ ਵੀ ਕੁਰਾਨ ਸ਼ਰੀਫ ਪੜ੍ਹੇ ਤੇ ਨਾ ਬੜਾ ਰਸ ਆਉਂਦਾ, ਤੇ ਮੈਂ ਤਾਂ 100 ਵਾਰੀ ਪੜ੍ਹ ਲਈ, ਮੈਨੂੰ ਤਾਂ ਕੋਈ ਰਸ ਨਹੀਂ ਆਇਆ। ਤੇ ਉਹ ਕਹਿੰਦੇ ਠੀਕ ਹੈ, ਕੋਈ ਗੱਲ ਨਹੀਂ। ਅੱਛਾ, ਉਹ ਬੰਦੇ ਪ੍ਰੈਕਟੀਕਲ ਸਨ, ਕਿਸੇ ਦੇ ਵੀ ਗੁੱਸਾ ਨਹੀਂ ਕੋਈ ਹੈਗਾ। ਉਹਨਾਂ ਨੇ 101 ਸੇਬ ਮੰਗਾਇਆ, 100 ਸੇਬ ਇੱਕ ਪਾਸੇ ਰੱਖ ਲਿਆ, ਇੱਕ ਸੇਬ ਇੱਕ ਪਾਸੇ ਰੱਖ ਲਿਆ। ਉਹ ਜਿਹੜਾ ਕਹਿੰਦਾ ਸੀ ਮੈਂ 100 ਵਾਰੀ ਕੁਰਾਨ ਪੜ੍ਹੀ ਹੈ, ਉਹਨੂੰ ਇੱਧਰ ਬਿਠਾਤਾ 100 ਸੇਬਾਂ ਦੇ ਨਾਲ। ਇੱਕ ਬੰਦਾ ਹੋ ਸਕਦਾ ਕਿ ਉਹ ਬਿਠਾਤਾ ਇੱਕ ਸੇਬ ਤੇ, 100 ਸੇਬ ਕਹਿੰਦਾ ਤੂੰ ਖਾਣੇ ਨੇ। ਔਰ ਖਾਣ ਦੀ ਵਿਧੀ ਇਹ ਹੈ ਵੀ ਤੂੰ ਸਿਰਫ ਖਾ ਕੇ ਥੁੱਕ ਦੇਣੇ। ਠੀਕ ਹੈ ਜੀ। ਉਹਨੇ ਖਾਧੇ, ਕਹਿੰਦਾ ਕੋਈ ਰਸ ਗਿਆ, ਕਹਿੰਦਾ ਨਾ ਜੀ। ਉਹ ਦੂਸਰਾ ਇੱਕ ਸੇਬ ਵਾਲੇ ਨੇ ਕਿਹਾ ਦੇਖ ਤੂੰ ਆਰਾਮ ਨਾਲ ਖਾਣਾ। ਠੀਕ ਹੈ। ਉਹਨੇ ਖਾਧਾ ਤੇ ਉਹਨੇ ਕਿਹਾ ਰਸ ਗਿਆ ਜੀ, ਬਹੁਤ ਗਿਆ। ਇਹ ਹੈ ਸਾਡੀ ਜਿਹੜੀ ਪੜ੍ਹਨ ਦੀ ਵਿਧੀ ਦੱਸ ਰਹੇ ਕਿ ਤੁਸੀਂ ਜੇ ਪੜ੍ਹਨਾ ਕਿਸੇ ਧਾਰਮਿਕ ਗ੍ਰੰਥ ਨੂੰ, ਤੇ ਜੇ ਸ਼ਰਧਾ ਹੀ ਨਹੀਂ, ਸਿਰਫ ਉਹਨੂੰ ਮਰ ਕੇ ਆਪਾਂ ਟਾਈਮ ਪਾਸ ਕਰਨ ਲਈ ਪੜ੍ਹ ਰਹੇ ਹਾਂ, ਤਾਂ ਉਹਦਾ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਸੂਫੀ ਲਿਟਰੇਚਰ 'ਚ ਜਹਾਂਗੀਰ ਉਹਨਾਂ ਨੂੰ ਕਹਿੰਦਾ, ਸਾਈਂ ਮੀਆਂ ਮੀਰ ਨੂੰ ਕਹਿੰਦਾ ਜੀ ਮੈਂ ਤੁਹਾਡੇ ਤੋਂ ਬੜਾ ਪ੍ਰਭਾਵਿਤ ਹੋਇਆ, ਤੇ ਮੈਂ ਚਾਹੁੰਦਾ ਕਿ ਤੁਸੀਂ, ਮੈਂ ਤਾਂ ਫਕੀਰ ਬਣਨਾ ਚਾਹੁੰਦਾ। ਉਹਨੇ ਕਹਿੰਦੇ ਗੱਲ ਸੁਣ, ਤੈਨੂੰ ਰੱਬ ਨੇ ਨਾ ਰਾਜਾ ਬਣਾ ਕੇ ਭੇਜਿਆ, ਤੈਨੂੰ ਰਾਜੇ ਦੇ ਕੰਮ ਕਰਨੇ ਪੈਣੇ ਨੇ, ਮੇਰੇ ਵਾਲੇ ਕੰਮ ਨਹੀਂ ਤੂੰ ਕਰ ਸਕਦੇ। ਤਾਂ ਕਹਿੰਦਾ ਅੱਛਾ ਜੀ ਦੱਸੋ ਵੀ ਫਿਰ ਤੁਸੀਂ ਹੋਰ ਕੀ ਮੈਂ ਤੁਹਾਡੇ ਲਈ ਕਰ ਸਕਦਾ। ਕਹਿੰਦਾ ਭਾਈ ਇਹੀ ਹੈ, ਤੂੰ ਮੈਨੂੰ ਹੁਣ ਬੁਲਾਉਣ ਦੀ ਕਦੀ ਜ਼ਹਿਮਤ ਨਾ ਕਰੀ, ਤੂੰ ਜੋ ਰਾਜ ਕਰਨਾ ਨਾ ਚੰਗੀ ਤਰ੍ਹਾਂ ਕਰੀ। ਉਹਨਾਂ ਦੇ ਜਿਹੜੇ ਬਚਨ ਹੁੰਦੇ ਨੇ ਨਾ, ਉਹ ਲੋਕਾਂ ਲਈ ਨੇ,
ਸੋ ਜਿਵੇਂ ਗੱਲ ਉਹੀ ਚੱਲ ਰਹੀ ਹੈ ਕਿ ਮਾਹੌਲ ਕਿਸ ਤਰ੍ਹਾਂ ਬਣਦਾ ਜਦੋਂ ਕਿਤਾਬਾਂ ਤੁਸੀਂ ਲਿਖਦੇ ਹੋ, ਕਿਸ ਤਰ੍ਹਾਂ ਦਾ ਮਾਹੌਲ ਬਣਦਾ ਵਾ? ਇੱਕ ਹਾਲ ਆ ਬੜਾ ਖਾਲੀ ਜਿਹਾ ਬਣਾਇਆ, ਉਹਦੇ ਚ ਸਾਰੀ ਕਿਤਾਬਾਂ ਰੱਖੀਆਂ ਨੇ, ਸੋ ਬੈੱਡ ਵੀ ਲਗਾਏ ਨੇ, ਸੋਫੇ ਵੀ ਲਗਾਏ ਨੇ। ਮਾਹੌਲ ਕਿਸ ਤਰ੍ਹਾਂ ਬਣਾਉਂਦੇ ਜਦੋਂ ਕਿਤਾਬਾਂ ਲਿਖਦੇ ਹੋ ਤੁਸੀਂ? ਮਾਹੌਲ ਆਪਣੇ ਆਪ ਬਣ ਜਾਂਦਾ ਜਦੋਂ ਤੁਸੀਂ ਬੈਠੇ ਹੋ। ਦੇਖੋ ਆਪਾਂ ਇੱਥੇ ਅੰਬਾਲੇ ਕੋਲ ਪੰਜੋਖੜਾ ਸਾਹਿਬ ਗੁਰੂ ਹਰਕ੍ਰਿਸ਼ਨ ਜੀ ਦੀ ਸਾਖੀ ਸੁਣਾਉਂਦੇ ਆ ਵੀ ਜੇ ਤਾਂ ਲਾਲ ਚੰਦ ਪੰਡਤ ਬਣ ਕੇ ਬਹਿ ਗਏ ਵੀ ਮੈਨੂੰ ਤਾਂ ਬੜਾ ਗਿਆਨ ਹੈ, ਫਿਰ ਤਾਂ ਮਾਹੌਲ ਕੋਈ ਬਣਨਾ ਨਹੀਂ। ਤੇ ਜੇ ਛੱਜੂ ਝੂਰ ਬਣ ਕੇ ਬਹਿ ਗਏ ਤੇ ਮਹਾਰਾਜ ਦੀ ਉੱਤੇ ਛਤਰ ਛਾਇਆ ਆ ਗਈ, ਉਹ ਛੜੀ ਰੱਖਤੀ ਤੇ ਮਾਹੌਲ ਆਪਣੇ ਆਪ ਬਣ ਗਿਆ। ਠੀਕ ਹੈ ਨਾ? ਜਦੋਂ ਤੁਹਾਡੇ 'ਚ ਅਭਿਮਾਨ, ਦੇਖੋ ਮਾਣ ਹੋਰ ਹੁੰਦਾ ਵੀ ਮੈਨੂੰ ਮਾਣ ਹੈ ਕਿ ਮੈਂ ਚੀਜ਼ਾਂ ਬਣਾ ਲਈਆਂ। ਜੇ ਮੈਂ ਇਹਨਾਂ ਦਾ ਗੁਮਾਨ ਕਰਨਾ ਸ਼ੁਰੂ ਕਰਦਾ ਨਾ ਤੇ ਫਿਰ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਤੁਹਾਡੇ ਅੰਦਰੋਂ। ਜਿਹੜੀ ਹੈ ਉਹ ਸਪਿਰਿਟ, ਜੋ ਸਪਿਰਿਟ ਖਤਮ ਹੈ ਨਾ, ਉਦੋਂ ਫਿਰ ਤੁਹਾਡਾ ਕੋਈ ਮਾਹੌਲ ਨਹੀਂ ਬਣਦਾ। ਮਾਹੌਲ ਸਿਰਫ ਸਪਿਰਿਟ ਨਾਲ ਬਣਦਾ, ਸਪਿਰਿਟ ਨਾਲ ਬਣਦਾ। ਸੋ ਮੈਂ ਪਹਿਲਾਂ ਨਾ ਦਿਖਾਇਆ ਸੀ ਕਿ ਇੱਥੇ ਪੈਨ ਵੀ ਬਹੁਤ ਸਾਰੇ ਪਏ ਨੇ, ਸੈਂਕੜੇ ਤਾਦਾਦ 'ਚ ਪੈਨ ਪਏ ਨੇ। ਮੈਂ ਇੱਕ ਵਾਰੀ ਤਸਵੀਰਾਂ ਦਿਖਾਦਾ, ਸੈਂਕੜੇ ਤਾਦਾਦ 'ਚ ਪੈਨ ਪਏ ਨੇ, ਔਰ ਬ੍ਰਾਂਡਡ ਪੈਨ ਜਿਹੜੇ ਨੇ ਮਹਿੰਗੇ ਤੋਂ ਮਹਿੰਗੇ ਉਹ ਵੀ ਪੈਨ ਇਸ ਲਾਇਬ੍ਰੇਰੀ 'ਚ ਪਏ ਨੇ। ਔਰ ਅਨੁਰਾਗ ਜੀ ਜਦੋਂ ਕਿਤਾਬਾਂ ਲਿਖਦੇ ਨੇ, ਜਿਸ ਪੈਨ ਨਾਲ ਕਿਤਾਬ ਲਿਖ ਲਈ ਉਸ ਪੈਨ ਨੂੰ ਬੰਦ ਕਰਕੇ ਉਹਦੇ ਉੱਤੇ ਲਿਖ ਕੇ ਰੱਖ ਦਿੰਦੇ ਕਿ ਇਸ ਪੈਨ ਨਾਲ ਜਿਹੜੀ ਕਿਤਾਬ ਲਿਖੀ ਗਈ ਆ। ਪੈਨ ਵੀ ਬਹੁਤ ਮਹਿੰਗੇ ਰੱਖੇ ਹੋਏ ਨੇ। ਜਿਵੇਂ ਤੁਸੀਂ ਦੱਸਿਆ ਕਿ ਜਦੋਂ ਕਿਤਾਬ ਲਿਖਦੇ ਹੋ ਇਸ ਪੈਨ ਨੂੰ ਬੰਦ ਕਰ ਦਿੰਦੇ ਹੋ ਤੇ ਲਿਖ ਦਿੰਦੇ ਹੋ ਕਿ ਇਸ ਪੈਨ ਨਾਲ ਕਿਤਾਬ ਲਿਖੀ ਆ। ਕਿਉਂ? ਗੱਲ ਆ ਜੀ ਹੁਣ ਇਹ ਪੈਨ ਵੀ ਬਹੁਤ ਮੈਨੂੰ ਲੋਕ ਮੇਰੇ ਬਹੁਤ ਨਜ਼ਦੀਕੀ ਬੱਚਿਆਂ ਦੋਸਤਾਂ ਨੇ ਇਹਨਾਂ ਭੇਟਾ ਦਿੱਤੀ ਹੈ, ਗਿਫਟ। ਸੋ ਬਟ ਐਂ ਤਾਂ ਕਿ ਗਿਫਟ ਸੋਚਣਾ ਨਹੀਂ ਪੈਂਦਾ ਕੀ ਦੇਣਾ, ਔਰ ਇਹੀ ਹੁੰਦਾ ਕਿ ਪੈਨ ਇੱਕ ਦਿੱਤਾ ਜਾਵੇ, ਕਿਉਂਕਿ ਰਾਈਟਰ ਹੋ ਤੁਸੀਂ। ਰਾਈਟਰ ਆ, ਮੈਨੂੰ ਤਾਂ ਕੋਈ ਕਿਤਾਬ ਦੇ ਦੇ, ਪੈਨ ਦੇ ਦੇ, ਉਹ ਤੋਂ ਵੱਧ ਕੀ ਚਾਹੀਦਾ? ਠੀਕ ਹੈ ਨਾ? ਵੈਸੇ ਤਾਂ ਗਿਫਟ ਦੀ ਕੋਈ ਲੋੜ ਨਹੀਂ ਹੁੰਦੀ। ਬੰਦਾ ਤੁਹਾਡੇ ਲਈ ਕੋਈ ਸ਼ੁਭ ਇੱਛਾਵਾਂ ਹੀ ਦੇ ਦੇ ਨਾ, ਉਹਦੇ ਨਾਲ ਤੁਹਾਡਾ ਹੁਣ ਸ਼ੁਭ ਇੱਛਾਵਾਂ ਹੀ ਆ ਜਿਹੜੀਆਂ ਕੰਮ ਕਰ ਰਹੀਆਂ ਨੇ ਮੇਰੇ ਤੇ ਉਹਨੂੰ ਇਸ ਕਰਕੇ ਰੱਖ ਦਿੱਤਾ ਕਿ ਪਾਣੀ ਤੁਸੀਂ ਇੱਕ ਵਾਰੀ। ਸੋ ਤਸਵੀਰਾਂ ਇੱਕ ਵਾਰੀ ਫਿਰ ਦਿਖਾ ਦਈਏ। ਹਜ਼ਾਰਾਂ ਦੀ ਤਾਦਾਦ 'ਚ ਇੱਥੇ ਜਿਹੜੀਆਂ ਕਿਤਾਬਾਂ ਪਈਆਂ ਨੇ। ਸੋ ਅੰਦਾਜ਼ ਦੀ ਗੱਲ ਕਰ ਰਹੇ ਸੀਗੇ, ਪੈਨ ਬਾਰੇ ਤੁਸੀਂ ਜ਼ਿਕਰ ਕਰ ਰਹੇ ਸੀ। ਪੈਨ ਨੇ ਜੀ ਹੁਣ ਕਿਸੇ ਬਹੁਤ ਵਧੀਆ ਕਿਤਾਬ ਨੂੰ ਤੁਸੀਂ ਲਿਖ ਲਿਆ, ਕੱਲ ਨੂੰ ਉਹਦਾ ਇਤਿਹਾਸ ਬਣ ਜਾਂਦਾ ਵੀ ਇਹ ਕਿਤਾਬ ਲਿਖੀ ਗਈ। ਠੀਕ ਹੈ? ਮੈਂ ਆਪਣੇ ਫਾਦਰ ਸਾਹਿਬ ਦੇ ਕੁਝ ਪੈਨ ਸੰਭਾਲ ਕੇ ਰੱਖੇ, ਉਹਨਾਂ ਦੀ ਐਨਕ, ਕੁਝ ਚੀਜ਼ਾਂ, ਟਾਈਪਰਾਈਟਰ ਹੈ ਸੰਭਾਲ ਕੇ ਰੱਖੇ ਨੇ ਇਸ ਲਈ। ਸੋ ਇਹ ਵੀ ਇਤਿਹਾਸ ਬਣ ਜਾਣਗੇ ਆਉਣ ਵਾਲੇ ਸਮੇਂ। ਇਤਿਹਾਸ ਹੁੰਦਾ ਹਾਂ, ਪਤਾ ਨਹੀਂ। ਦੇਖੋ ਹੁਣ ਸ਼ੇਕਸਪੀਅਰ ਦੇ ਚਲੇ ਜਾਓ ਉੱਥੇ ਇੰਗਲੈਂਡ 'ਚ, ਉਹਨੇ ਸਭ ਕੁਝ ਸੰਭਾਲ ਕੇ ਰੱਖਿਆ। ਅਸੀਂ ਆਪਣੇ ਗੁਰੂਆਂ ਦਾ ਵੀ ਕੁਝ ਨਹੀਂ ਸੰਭਾਲਿਆ ਤੇ ਆਪਣਾ ਵੀ ਕੁਝ ਨਹੀਂ ਸੰਭਾਲਿਆ। ਉਹ ਸ਼ੇਕਸਪੀਅਰ ਉਹਨਾਂ ਉੱਥੇ ਤੁਸੀਂ ਜਦੋਂ ਇੰਗਲੈਂਡ ਜਾਈਏ ਤਾਂ ਪੂਰੀ ਉਹਦੀ ਇਨਕਮ ਹੈ, ਉਹਦੀ ਟਿਕਟ ਲਾ ਕੇ ਲੋਕ ਉਹਦਾ ਅਸਥਾਨ ਦੇਖਣ ਜਾਂਦੇ ਨੇ। ਤੇ ਮੈਂ ਉੱਥੇ ਗਿਆ ਤੇ ਬ੍ਰਿਟਿਸ਼ ਮਿਊਜ਼ੀਅਮ ਲਾਇਬ੍ਰੇਰੀ 'ਚ ਪੂਰਾ ਐਗਜ਼ੀਬਿਸ਼ਨ ਲੱਗੀ ਸੀ ਤੇ ਮੈਂ ਫਿਰ ਫੋਟੋ ਖਿਚਾਈ ਉੱਥੇ ਵੀ ਭਾਈ ਇਹ ਮੈਂ ਸੁਭਾਗੇ ਦਿਨ ਆਇਆ ਵੀ ਸ਼ੇਕਸਪੀਅਰ ਦੀ ਪੂਰੀ ਐਗਜ਼ੀਬਿਸ਼ਨ ਲੱਗੀ, ਉਹਦੀ ਕਿਤਾਬਾਂ ਦੀ ਐਗਜ਼ੀਬਿਸ਼ਨ ਲੱਗੀ। ਅਨੁਰਾਗ ਜੀ, ਮੇਰਾ ਇੱਕ ਸਵਾਲ ਹੈ ਕਿ ਇਹ ਲਾਇਬ੍ਰੇਰੀ ਤੁਸੀਂ ਸਿਰਫ ਆਪਣੇ ਵਾਸਤੇ ਬਣਾਈ ਹੈ ਕਿ ਆਮ ਲੋਕ ਵੀ ਇੱਥੇ ਇਸ ਲਾਇਬ੍ਰੇਰੀ ਨੂੰ ਦੇਖਣ ਆਉਂਦੇ ਜਾਂ ਪੜ੍ਹਨ ਆਉਂਦੇ? ਬੜੇ ਲੋਕ ਆਉਂਦੇ ਨੇ, ਰਿਸਰਚ ਲਈ ਆਉਂਦੇ ਨੇ, ਰਹਿੰਦੇ ਵੀ ਨੇ। ਆਪਣੇ ਲਈ ਤਾਂ ਮੈਂ ਦੇਖੋ, ਕਿਉਂਕਿ ਮੇਰੀ ਲਾਇਬ੍ਰੇਰੀ ਦਾ ਡਿਜੀਟਲ ਰਹਿਣ ਦਾ ਮਤਲਬ ਜੇ ਕੋਈ ਬਾਹਰੋਂ ਆਉਂਦਾ ਤੇ ਉਹ ਇੱਥੇ ਰਹਿ ਸਕਦਾ? ਮੇਰੇ ਕੋਲ ਰਹਿੰਦੇ ਨੇ। ਤੁਹਾਨੂੰ ਮੈਂ ਦੱਸਦਾ ਹੁਣ, ਮੈਂ ਇੱਕ ਲਾਇਬ੍ਰੇਰੀ ਜਿਹੜੀ ਹੈ ਡਿਜੀਟਾਈਜ਼ ਹੋ ਗਈ। ਹੁਣ ਕਿਤਾਬਾਂ ਦੀ ਜਿਹੜੀ ਹੈ ਨਾ, ਉਹ ਲਿਸਟਿੰਗ ਕਰਕੇ, ਫੋਟੋਆਂ ਖਿੱਚ ਕੇ ਉਹ ਕਰਕੇ ਆਨਲਾਈਨ ਕਰਾਂਗਾ। ਆਨਲਾਈਨ ਕਰਕੇ ਫਿਰ ਜੇ ਕਿਸੇ ਵੀ ਸੰਸਥਾ ਨੂੰ ਇਹਦੀ ਜ਼ਰੂਰਤ ਹੋਏਗੀ, ਉਹਨੂੰ ਚਾਹੇ ਜਿਵੇਂ ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ, ਉਹਨਾਂ ਦੇ VC ਨਾਲ ਮੇਰਾ ਵਾਅਦਾ ਹੈ ਕਿ ਮੈਂ ਤੁਹਾਨੂੰ ਲਾਈਨ ਪ੍ਰੋਵਾਈਡ ਕਰਾਂਗਾ। ਕਿਉਂਕਿ ਇਹ ਜਿਹੜਾ ਗਿਆਨ ਹੁੰਦਾ ਨਾ, ਉਹ ਵੰਡਣ ਲਈ ਹੁੰਦਾ, ਅੰਦਰ ਰੱਖਣ ਲਈ ਨਹੀਂ ਹੁੰਦਾ। ਸਾਡਾ ਨੁਕਸਾਨ ਇਸੇ 'ਚ ਹੀ ਹੋਇਆ। ਬਹੁਤ ਲੋਕ ਕੁਝ ਆਪਣਾ ਜ਼ਿਆਦਾ ਆਪਣੇ ਢਿੱਡ 'ਚ ਲੈ ਗਏ, ਸੰਗੀਤਕਾਰ ਲਿਖ ਕੇ ਨਹੀਂ ਗਏ। ਜਾਂ ਜਿਹੜੀਆਂ ਲਾਇਬ੍ਰੇਰੀਆਂ ਨੇ, ਉਹ ਬੰਦਾ ਮਰਦਾ ਪਿੱਛੋਂ ਹੈ ਤੇ ਘਰ ਦਾ ਕਹਿੰਦਾ ਵੀ ਗਿਆ ਬਾਪੂ ਇਹ ਲੈ ਜਾਓ, ਹੁਣ ਉਹ ਰੱਦੀ 'ਚ ਵਿਕ ਜਾਂਦਾ। ਸੋ ਦੱਸਿਆ ਵੀ ਜਾਂਦਾ ਕਿ DC ਹੁੰਦੇ ਸੀ, ਉਹ ਵੀ ਇਸ ਲਾਇਬ੍ਰੇਰੀ 'ਚ ਆਏ ਨੇ। ਜਦੋਂ ਉਹਨਾਂ ਨੇ ਪੜ੍ਹਿਆ ਕਿ ਤੁਸੀਂ ਕਿਤਾਬਾਂ ਲਿਖਦੇ ਹੋ, ਬਹੁਤ ਸੋਹਣੀਆਂ ਕਿਤਾਬਾਂ ਇੱਥੇ ਪਈਆਂ ਨੇ, ਇਤਿਹਾਸ ਪਏ ਨੇ, ਸੋ DC ਵੀ ਆਏ ਸੀ ਇੱਥੇ। ਮੇਰੇ ਜੀ ਉੱਥੇ ਮੈਂ ਉਦੋਂ ਇੱਥੇ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ, ਅਰਬਨ ਸਟੇਟ 'ਚ 2101 ਨੰਬਰ 'ਤੇ, ਤੇ ਇਹ ਬਣ ਰਿਹਾ ਸੀ ਮਕਾਨ। ਤੇ DC ਹੁੰਦੇ ਸੀ ਡਾਕਟਰ SK ਸੰਧੂ ਜੀ। ਉਹ ਮੇਰਾ ਹਿੰਦੁਸਤਾਨ ਟਾਈਮਸ 'ਚ ਇੱਕ ਕਵਰ ਆਇਆ ਸੀ ਤੇ ਉਹ ਉਹਨਾਂ ਨੇ ਪਹਿਲਾਂ ਤਾਂ ਭੇਜ ਭਜਾ ਕੇ ਮੈਂ ਵੀ ਰਹਿੰਦੇ ਕਿੱਥੇ ਪਤਾ ਕਰੋ। ਫਿਰ ਆਏ ਸੀ ਸਿਰਫ ਘੰਟੇ ਲਈ ਤੇ ਫਿਰ ਉਹ ਮੈਂ ਉਹਨਾਂ ਦੀ ਸ਼ਰਧਾ ਦੇਖ ਕੇ ਹਾਂ ਨਾ, ਮੈਨੂੰ ਸੀ ਵੀ ਚੱਲ ਇਹਨਾਂ ਨੂੰ ਨਾ ਹੇਠਾਂ ਮੈਂ ਸੋਫੇ ਤੇ ਲਾਤਾ ਵੀ ਇੰਝ ਕੱਪੜੇ ਖੋਲ ਕੇ ਉੱਥੇ ਕੁਝ ਗ੍ਰੰਥਾਂ ਦਿਖਾ ਦਾਂਗੇ, ਗੁਰੂ ਗ੍ਰੰਥ ਸਾਹਿਬ ਤਾਂ ਲਾਇਬ੍ਰੇਰੀ 'ਚ ਉੱਤਰ ਦਿਖਾ ਦਾਂਗੇ। ਜਦੋਂ ਮੈਂ ਉਹ ਲਗਾਏ, ਉਹਨਾਂ ਨੇ ਸਿਰ ਢੱਕਿਆ ਪਹਿਲਾਂ, ਸੋਫੇ ਤੋਂ ਥੱਲੇ ਉਤਰ ਕੇ ਬੈਠ ਕੇ ਫਿਰ ਉਹਨਾਂ ਦੇ ਦਰਸ਼ਨ ਕੀਤੇ।
ਓਕੇ ਇਹ ਹੁੰਦੀ ਸ਼ਰਧਾ, ਠੀਕ ਹੈ। ਉਹ ਇੱਕ ਵਾਰੀ ਨਹੀਂ 3 ਵਾਰੀ ਆਏ ਨੇ ਮੇਰੇ ਕੋਲ, ਫਿਰ ਉਸ ਤੋਂ ਬਾਅਦ ਠੀਕ ਹੈ। ਫਿਰ ਉਹਨਾਂ ਨੇ ਮਿਨਿਸਟਰੀ ਆਫ ਜਿਹੜੀ ਕਲਚਰ ਅਫੇਅਰ ਮਿਨਿਸਟਰੀ ਸੀ, ਚੀਮਾ ਸਾਹਿਬ ਉਹਨਾਂ ਦੇ ਹੈੱਡ ਸੀ, ਉਹ ਆਏ ਸਨ। ਕਿਉਂਕਿ ਦੇਖੋ ਗੱਲ ਆ, ਜਿਹਨੂੰ ਪਿਆਰ ਹੋਏਗਾ ਚੀਜ਼ ਨਾਲ ਉਹ ਜ਼ਰੂਰ ਆਏਗਾ। ਤੇ ਪ੍ਰਮਾਤਮਾ ਕਰੇ ਕਿ ਇਹ ਜਿਹੜੀ ਸਾਡੀ ਗਿਆਨ ਹੈ ਨਾ, ਗਿਆਨ ਦੀ ਗੰਗਾ ਜਿਹੜੀ ਹੁੰਦੀ ਹੈ ਨਾ, ਉਹਦਾ ਕੋਈ ਧਰਮ ਨਹੀਂ ਹੁੰਦਾ। ਤੇ ਉਹ ਧਰਮ ਜਿਹੜਾ ਹੈਗਾ ਉਹ ਲੋਕਾਂ ਦੀ ਵੰਡ ਹੀ ਪਾਉਣ ਲਈ ਨਹੀਂ ਬਣਿਆ। ਜਿਹੜਾ ਆਪਾਂ ਵਰਡ ਰਿਲੀਜਨ ਹੈ ਨਾ, ਇਟ ਇਜ਼ ਅ ਗ੍ਰੀਕ ਵਰਡ ਰਿਲੀਜਨ, ਟੂ ਬਾਈਂਡ ਟੂਗੈਦਰ। ਇਹ ਸਾਡੇ ਸਿਆਸਤਦਾਨਾਂ ਦੀ ਹੈ ਵੀ ਇਹਨੂੰ ਵੰਡ ਲਈ ਵਰਤਿਆ। ਤੁਸੀਂ ਇਹ ਦੇਖ ਲਿਆ ਮੇਰੇ ਇੱਥੇ ਕਿਸੇ ਕਿਤਾਬ 'ਚ ਆਪਸ ਵਿੱਚ ਲੜਾਈ ਨਹੀਂ। ਜੇ ਧਾਰਮਿਕ ਗ੍ਰੰਥਾਂ ਦੀ ਲੜਾਈ ਹੁੰਦੀ ਤੇ ਟਿਕਦੀਆਂ ਨਾ, ਨੀਮਕ ਖਾ ਜਾਂਦੀਆਂ ਇਹਨਾਂ ਨੂੰ, ਕੁਛ ਨਾ ਕੁਛ ਤਾਂ ਹੁੰਦਾ ਨਾ। ਰਾਜਨੀਤੀ ਲੜਾਈ ਬਣਾ ਹੈ। ਤੁਸੀਂ ਪੋਰਟ ਬਲੇਅਰ ਚਲੇ ਜਾਓ, ਮੈਂ ਤਾਂ ਰਿਸਰਚ ਲਈ ਉੱਧਰ ਵੀ ਕਹਿਣਾ, ਪੋਰਟ ਬਲੇਅਰ 'ਚ ਪੁਲਿਸ ਗੁਰਦੁਆਰਾ, ਪੁਲਿਸ ਮੰਦਰ, ਪੁਲਿਸ ਮਸਜਿਦ ਤਿੰਨੇ ਨਾਲ ਨਾਲ ਹੈ, ਬਣਾਏ ਵੀ ਪੁਲਿਸ ਨੇ। ਕੋਈ ਅੱਜ ਤੱਕ ਲੜਾਈ ਨਹੀਂ ਹੋਈ ਇੱਥੇ, ਕੋਈ ਦੰਗਾ ਨਹੀਂ ਹੋਇਆ। ਅਸੀਂ ਆਪਣੇ ਜਿਹੜੇ ਆਜ ਜਿਹੜੀ ਸਾਡੀ ਹੈਗੀ ਇਨਸਾਨੀਅਤ ਹੈ, ਜਦੋਂ ਇਨਸਾਨੀਅਤ ਪਹਿਲਾਂ ਤਾਂ ਇਨਸਾਨੀਅਤ, ਧਰਮ ਤਾਂ ਇਨਸਾਨੀਅਤ ਹੈ। ਜੇ ਇਨਸਾਨੀਅਤ ਹੀ ਨਹੀਂ ਤੇ ਫਿਰ ਧਰਮ ਕਿਹੜਾ? ਸੋ ਚਲੋ, ਕੀ ਮੈਸੇਜ ਦੇਣਾ ਕੀ ਚਾਹੋਗੇ ਹੁਣ ਜਾਂਦੇ ਨੇ ਮੈਸੇਜ ਸਾਡੇ ਦਰਸ਼ਕਾਂ ਨੂੰ ਕੀ ਦੇਣਾ ਚਾਹੋਗੇ? ਬਹੁਤ ਸਾਰੇ ਰਾਈਟਰ ਵੀ ਹੈਗੇ ਨੇ, ਬਹੁਤ ਸਾਰੇ ਸਟੂਡੈਂਟ ਨੇ। ਅੱਜ ਕੱਲ੍ਹ ਲੋਕਡਾਊਨ 'ਚ ਬੜੇ ਸਾਰੇ ਸਟੂਡੈਂਟ ਬੇਰੁਜ਼ਗਾਰ ਹੋ ਗਏ ਨੇ, ਸੁਸਾਈਡ ਵੱਲ ਕੇਸ ਜ਼ਿਆਦਾ ਜਾ ਰਹੇ ਨੇ। ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਮੈਸੇਜ ਤਾਂ ਬੜੇ ਕੋਈ ਪੈਗੰਬਰ ਹੀ ਦਿੰਦੇ ਨੇ, ਤੇ ਮੈਂ ਤਾਂ ਸਾਰਿਆਂ ਆਮ ਬੰਦਿਆਂ ਵਾਂਗੂ ਇਨਸਾਨ ਆ। ਮੈਸੇਜ ਨਹੀਂ, ਮੇਰਾ ਸੁਝਾਅ ਇਹ ਆ ਕਿ ਵੀ ਜਿੰਨਾ ਚਿਰ ਤੁਸੀਂ ਬਾਹਰੀ ਦੁਨੀਆ ਨਾਲ ਠੀਕ ਹੈ ਜੁੜੋ, ਜਿੰਨਾ ਜੁੜਨਾ ਕੋਈ ਲੋੜ ਨਹੀਂ, ਜ਼ਰੂਰ ਜੁੜੋ, ਪਰ ਬਾਹਰੀ ਦੁਨੀਆ ਨਾਲ ਇੰਨਾ ਨਾ ਜੁੜੋ ਕਿ ਆਪਣੀ ਅੰਦਰੂਨੀ ਜਿਹੜੀ ਦੁਨੀਆ ਅੰਦਰ ਸੱਚ ਹੈ ਜਿਹੜਾ, ਉਹ ਤੋਂ ਟੁੱਟ ਜਾਓ। ਕਿਉਂਕਿ ਅੰਦਰ ਮੈਂ ਤੁਹਾਡੇ ਨਾਲ ਹੁਣ ਜੇ ਬੋਲ ਰਿਹਾ, ਸ਼ਾਇਦ ਜੇ ਝੂਠ ਬੋਲ ਰਿਹਾ ਤੇ ਮੈਨੂੰ ਮੇਰਾ ਅੰਦਰ ਬੈਠਾ ਬੰਦਾ ਦੱਸ ਰਿਹਾ ਵੀ ਤੂੰ ਝੂਠ ਬੋਲ ਰਿਹਾ, ਉਹ ਰੱਬ, ਬਸ ਉਹਦੇ ਨਾਲ ਜੁੜੇ ਰਹੇ ਤੇ ਕੋਈ ਸੁਸਾਈਡ ਦੀ ਲੋੜ ਨਹੀਂ ਪਏਗੀ, ਕਿਸੇ ਉਦਾਸੀ ਦੀ ਲੋੜ ਨਹੀਂ ਪਏਗੀ। ਵਕਤ ਨਿਕਲ ਜਾਏਗਾ। ਵਕਤ ਜਿਹੜਾ ਪੜ੍ਹ ਕੇ ਜਿਹੜਾ ਆਨੰਦ ਆਉਂਦਾ, ਉਹਦੇ 'ਚ ਕੁਛ ਕੋਈ ਆਨੰਦ ਨਹੀਂ। ਇਹ ਅਧਿਆਤਮਿਕ ਆਨੰਦ ਹੈ ਨਾ। ਅਧਿਆਤਮਿਕਵਾਦ ਜਿਹੜਾ ਹੈ ਸਾਡਾ ਇਸ ਖਿੱਤੇ ਦੀ ਇੱਕ ਜਾਨ ਹੈ, ਤੇ ਅਸੀਂ ਉਸ ਜਾਨ ਨੂੰ ਜੇ ਰਿਵਾਈਵ ਨਹੀਂ ਕਰਦੇ, ਉਹ ਪ੍ਰਾਣ ਨੇ, ਤੇ ਅਸੀਂ ਆਪਣੇ ਪੈਰੀ ਕੁਹਾੜੀ ਮਾਰ ਰਹੇ। ਬਸ ਇੰਨਾ ਹੀ ਮੇਰਾ। ਸੋ ਇਹ ਸਨ ਅਨੁਰਾਗ ਜੀ, ਬੈਂਕ ਤੋਂ ਰਿਟਾਇਰ ਹੋਏ ਨੇ, ਬੁੱਕਸ ਜਿਹੜੇ ਆ ਲਿਖਦੇ ਵੀ ਨੇ ਔਰ ਪੜ੍ਹਨ ਦਾ ਵੀ ਸ਼ੌਂਕ ਰੱਖਦੇ ਨੇ। ਵੱਖ-ਵੱਖ ਜਿਹੜੇ ਧਰਮ ਦੀਆਂ ਕਿਤਾਬਾਂ ਇਸ ਲਾਇਬ੍ਰੇਰੀ 'ਚ ਸਥਾਪਿਤ ਕੀਤੀਆਂ ਹੋਈਆਂ ਨੇ। ਵੱਖ-ਵੱਖ ਜਿਹੜੇ ਵਰਲਡ ਵਾਈਡ ਜਿਹੜੇ ਇਤਿਹਾਸ ਨੇ ਉਹ ਰੱਖੇ ਹੋਏ ਨੇ, ਨਕਸ਼ੇ ਰੱਖੇ ਹੋਏ ਨੇ ਇਸ ਲਾਇਬ੍ਰੇਰੀ 'ਚ। ਸੋ ਖੁਦ ਇਤਿਹਾਸ ਲਿਖ ਰਹੇ ਨੇ ਔਰ ਉਹਨਾਂ ਨੂੰ ਨਕਸ਼ੇ ਰਾਹੀਂ ਜਿਹੜਾ ਵਾ ਸਮਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਸੋ ਅਨੁਰਾਗ ਜੀ ਨੇ ਇੱਕ ਸਪੈਸ਼ਲ ਇਸ ਲਾਇਬ੍ਰੇਰੀ 'ਚ ਇੱਕ ਰੂਮ ਵੀ ਬਣਾਇਆ ਹੋਇਆ ਨੇ। ਅਗਰ ਕੋਈ ਬਾਹਰੋਂ ਆਉਂਦਾ ਵਾ, ਉਹਨਾਂ ਦੀ ਕਿਤਾਬਾਂ ਪੜ੍ਹਨ ਲਈ ਆਉਂਦਾ ਵਾ, ਰਹਿਣਾ ਚਾਹੁੰਦਾ, ਤੇ ਉਸ ਰੂਮ 'ਚ ਉਹਨਾਂ ਨੂੰ ਠਹਿਰਾਉਂਦੇ ਨੇ। ਖਾਣ ਦਾ ਜਿਹੜਾ ਇੰਤਜ਼ਾਮ ਆ ਉਹ ਰੱਖਿਆ ਹੋਇਆ ਵਾ। ਸੋ ਡਿਜੀਟਲ ਲਾਇਬ੍ਰੇਰੀ ਹੁਣ ਉਹ ਬਣਾ ਰਹੇ ਨੇ। ਇਹਨਾਂ ਕਿਤਾਬਾਂ ਨੂੰ ਜਿਹੜਾ ਵਾ ਕੰਪਿਊਟਰ ਦੇ ਵਿੱਚ ਆਨਲਾਈਨ ਜਿਹੜਾ ਵਾ ਦਿਖਾਉਣਾ ਚਾਹੁੰਦੇ ਨੇ ਕਿ ਅਗਰ ਤੁਸੀਂ ਕੋਈ ਕਿਤਾਬ ਪੜ੍ਹਨਾ ਚਾਹੁੰਦੇ ਹੋ ਤਾਂ ਆਨਲਾਈਨ ਤੁਸੀਂ ਇਹ ਕਿਤਾਬ ਜਿਹੜੀ ਆ ਪੜ੍ਹ ਸਕਦੇ ਹੋ। ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ TV।